अस्सलाम वालेकुम नादरीन, मैं ਤੁਹਾਡਾ ਹੋਸਟ ਅਖਤਰ ਚੌਧਰੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਤੇ ਨਾਦਰੀਨ, ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਮੌਜੂਦ ਸਾਂ ਚੱਕ ਨੰਬਰ 21RA ਦੇ ਵਿੱਚ ਤੇ ਬਾਬਾ ਜੀ ਚੌਧਰੀ ਜ਼ਿਆਉਦੀਨ ਸਾਹਿਬ ਦੇ ਨਾਲ ਤੁਹਾਡੀਆਂ ਗੱਲਾਂ ਅਸੀਂ ਕਰਵਾ ਰਹੇ ਸਾਂ। ਤੇ ਹੁਣ ਅਸੀਂ ਫਿਰ ਬਾਬਾ ਜੀ ਕੋਲੋਂ ਅੱਗੇ ਪੁੱਛਨੇ ਆ ਅੱਗੋਂ ਦੇ ਹਾਲਾਤ ਕਿ ਉਹ ਹਿੰਦੁਸਤਾਨ ਚੋਂ ਕਿਹੜੀ ਜਗ੍ਹਾ ਤੋਂ ਆਏ ਸੀ ਤੇ ਜ਼ਿਲ੍ਹਾ ਕਿੱਥੇ ਕਰਨਾਲ ਦੇ ਰਹਿਣ ਵਾਲੇ ਹਾਂ। ਤਹਿਸੀਲ ਥਾਨੇਸਰ, ਜ਼ਿਲ੍ਹਾ ਕਰਨਾਲ, ਸ਼ਹਿਰ ਜਿਹੜਾ ਸਨੀ ਸ਼ਾਹਬਾਦ ਤੇ ਮੌਦਾ ਡੈਮ ਵਾਲੀ। ਅਸੀਂ ਦਰਿਆ ਦੇ ਕਿਨਾਰੇ ਰਹਿੰਦੇ, ਦਰਿਆ ਮਾਰਕੰਡਾ ਸੀ, ਉਸ ਦੇ ਕਿਨਾਰੇ 'ਤੇ ਸੀ ਸਾਡਾ ਪਿੰਡ। ਮੈਨੂੰ ਉਸ ਹੋਸ਼ ਹੈਗੀ, ਮੈਂ ਉਹ ਵੇਖਿਆ ਸਾਰਾ। ਤੇ ਉਦੋਂ ਚਾਰ ਸਵੇਰੇ ਹਿੰਦੂ ਤੇ ਸਿੱਖ ਸਨ ਜੀ। ਜਿਹੜਾ ਪੰਜ ਚੱਕ ਹੈ ਨਾ ਜੀ, ਇਹਦੇ ਵਿੱਚ 1 ਲੱਖ ਬੰਦਾ ਸਿੱਖਾਂ ਦਾ ਜਮ੍ਹਾਂ ਹੋਇਆ ਜੀ। ਉਹਨਾਂ ਨੇ ਰਾਤੋਂ ਰਾਤ ਨਾ ਇੱਥੇ ਪੰਜ ਚੱਕ ਦੇ ਆਲੇ ਦੁਆਲੇ ਦੀਵਾਰ ਬਣਾ ਦਿੱਤੀ ਜੀ, ਇਹ ਕੱਚੀ ਦੀਵਾਰ ਵੀ ਤਾਂ ਕਿ ਬਾਹਰੋਂ ਕੋਈ ਹਮਲਾਵਰ ਨਾ ਆ ਜਾਣ। ਤੇ ਸਾਡੇ ਇੱਥੇ ਪਿੰਡ ਦੇ ਵਿੱਚ ਵੀ ਅਸੀਂ ਇੱਥੇ ਰਹਿ ਗਏ ਸੀ। ਸਾਡੇ ਕੋਲ ਅਸਲਾ ਉਸ ਵਕਤ ਮੇਰੇ ਵਾਲਦ ਸਾਹਿਬ ਕੋਲ ਸਰਕਾਰੀ ਅਸਲਾ ਸੀ, ਕਿਉਂਕਿ ਉਹ ਫੌਜ ਦੇ ਰਿਟਾਇਰ ਆਦਮੀ ਸਨ। ਮੇਰਾ ਦਾਦਾ ਵੀ ਫੌਜ ਦੇ ਵਿੱਚ ਸੀ, ਮੇਰਾ ਪਿਓ ਵੀ ਫੌਜ ਦੇ ਵਿੱਚ ਸੀ। ਮੇਰਾ ਦਾਦਾ ਕੈਪਟਨ ਸੀ ਤੇ ਮੇਰੇ ਵਾਲਦ ਸਾਹਿਬ ਸੂਬੇਦਾਰ ਸਨ, ਰਿਟਾਇਰ। ਤੇ ਉਹ ਸਾਡਾ ਹੀ ਘਰ ਇੱਥੇ ਰਹਿ ਗਿਆ ਜਾਂ ਇੱਥੇ ਰਾਜਪੂਤਾਂ ਦਾ ਘਰ ਸੀ ਸਰਦਾਰ ਤਾਜ ਮੁਹੰਮਦ ਦਾ, ਉਹਨਾਂ ਦੇ ਵੀ ਰਿਸ਼ਤੇਦਾਰ ਪਿੱਛੇ ਰੋਹਤਕ ਦੇ ਵਿੱਚ ਸਨ। ਤੇ ਬਾਕੀ ਰੌਲਪਿੰਡੀ ਦੇ ਜਿੰਨੇ ਬੰਦੇ ਇੱਥੇ ਸਾਡੇ ਪਿੰਡ ਵਿੱਚ ਹੈਗੇ ਸਨ, ਇਹ ਸਾਰੇ ਰੌਲਪਿੰਡੀ ਚਲੇ ਗਏ ਸਨ। ਤੇ ਇੱਥੇ ਬੜਾ ਖਤਰਾ ਮਹਿਸੂਸ ਹੁੰਦਾ ਸੀ ਵੀ ਕਿਤੇ ਸਿੱਖ ਇੱਧਰ ਹਮਲਾ ਨਾ ਕਰ ਦੇਣ। ਤੇ ਸਿੱਖਾਂ ਨੂੰ ਇਹ ਡਰ ਸੀ ਵੀ ਆਹ 2 ਚੱਕ ਵਾਲੇ ਹਮਲਾ ਨਾ ਕਰ ਦੇਣ। ਸਾਡੇ ਨਾ ਉਦੋਂ ਮੈਂ ਹੈਗਾ ਸੀ ਵੀ ਸਾਡਾ ਮਸਜਿਦ ਸੀ ਨਾ ਜਿਹੜੀ ਇੱਥੇ, ਉਹਦੇ ਉੱਤੇ ਰਾਜਾ ਹਾਲ ਰੱਖ ਕੇ ਨਾ ਉਹਦੇ ਉੱਤੇ ਤਰਪਾਲ ਦਿੱਤੀ ਸੀ ਤੇ ਮਸ਼ਹੂਰ ਕੀਤਾ ਸੀ ਵੀ ਇਹ ਤੋਪ ਰੱਖੀ ਹੈ ਚੌਧਰੀਆਂ ਨੇ ਇੱਥੇ। ਤੇ ਜੇ ਅਗਰ ਕਿਸੇ ਨੇ ਇੱਥੇ ਸ਼ਰਾਰਤ ਕੀਤੀ ਇਹ ਤੋਪ ਨਾਲ ਬੰਦਿਆਂ ਮਾਰ ਦੇਣਗੇ। ਲੇਕਿਨ ਫਿਰ ਜਿਹੜੇ ਨਾ ਸਿੱਖ ਜਿਹੜੇ ਚਾਰ ਚੱਕ ਵਾਲੇ ਇੱਥੇ ਉਜਾਗਰ ਸਿੰਘ ਹੁੰਦਾ ਸੀ, ਜਿਹੜਾ ਉਹ ਵੱਡਾ ਆਦਮੀ ਸੀ ਇਹਨਾਂ ਦੇ ਵਿੱਚ, ਸਿੱਖਾਂ ਦੇ ਵਿੱਚ ਪੰਜ ਚੱਕ ਦੇ, ਉਹਨਾਂ ਦੇ ਕੋਲ ਬੰਦਾ ਲੱਖ ਇਕੱਠਾ ਹੋਇਆ ਸੀ। ਉਹ ਫਿਰ ਉਜਾਗਰ ਸਿੰਘ ਦੇ ਮੁੰਡੇ ਇੱਥੇ ਮੇਰੇ ਵਾਲਦ ਸਾਹਿਬ ਨੂੰ ਮਿਲਣ ਵਾਸਤੇ ਆਏ ਇੱਥੇ ਵੀ ਅਸੀਂ ਤਾਂ ਚੱਲੇ ਹਾਂ ਤੇ ਹੁਣ ਆਹ ਸਮਾਨ ਅਸੀਂ ਆਪਣਾ ਗੱਡਿਆਂ 'ਤੇ ਲੱਦਿਆ, ਉਹ ਤੁਸੀਂ ਇੱਥੇ ਰੱਖ ਲਓ। ਵਾਲਦ ਸਾਹਿਬ ਨੇ ਕਿਹਾ ਵੀ ਸਾਨੂੰ ਤੁਹਾਡੇ ਸਮਾਨ ਦੀ ਜ਼ਰੂਰਤ ਨਹੀਂ, ਤੁਸੀਂ ਮੁਸਲਮਾਨ ਹੋ ਜਾਓ। ਉਹਨਾਂ ਕਹਿੰਦੇ ਵੀ ਮੁਸਲਮਾਨ ਤਾਂ ਅਸੀਂ ਹੋ ਜਾਈਏ, ਪਰ 1 ਲੱਖ ਬੰਦਾ ਹੁਣ ਸਾਡੇ ਘਰ 'ਤੇ ਜਮ੍ਹਾਂ ਹੋਇਆ, ਫਿਰ ਅਸੀਂ ਧੋਖਾ ਨਹੀਂ ਦੇ ਸਕਦੇ ਉਹਨਾਂ ਨੂੰ। ਤੇ ਅਸੀਂ ਤਾਂ ਹੁਣ ਚੱਲੇ ਹਾਂ ਜੀ। ਅਸੀਂ ਵਾਲਦ ਸਾਹਿਬ ਨੇ ਕਿਹਾ ਵੀ ਸਮਾਨ ਤੁਹਾਡਾ ਜਿਹੜਾ ਆ ਰਿਹਾ ਨਾ, ਉਹ ਅਸੀਂ ਨਹੀਂ ਲੈਣਾ, ਵਾਪਸ ਲੈ ਜਾਓ, ਤੁਸੀਂ ਆਪਣੇ ਨਾਲ ਲੈ ਜਾਓ। ਉਹ ਫਿਰ ਚਲੇ ਗਏ ਇੱਥੋਂ। ਇੱਥੇ ਨੰਬਰਦਾਰ ਜਿਹੜਾ ਸੀ ਨਾ ਜੀ 1 ਦਾ, ਉਹ ਹਿੰਦੂ ਜਾਟ ਸੀ। ਸਾਡੀ ਪਿੱਛੇ ਹਿੰਦੁਸਤਾਨ ਵਾਲੀ ਬੋਲੀ ਦੇ ਵਿੱਚ ਨਾ ਜੱਟ ਨੂੰ ਜਾਟ ਸੱਦਦੇ ਸੀ। ਤੇ ਉਹ ਨੰਬਰਦਾਰ ਸਹੀ ਉਹਦਾ ਨਾਂ ਸੀ। ਉਹ ਜਾ ਰਿਹਾ ਸ਼ਹਿਰ ਦੇ ਇੱਥੇ ਸਾਡੇ ਸਾਹਮਣੇ ਨਹਿਰ ਦੇ ਉੱਤੇ ਸਾਡੇ ਪਿੰਡ ਦੇ ਬੰਦਿਆਂ ਨੇ ਮਾਰ ਕੇ ਨਹਿਰ 'ਚ ਛੱਡ ਦਿੱਤਾ। ਇੱਥੇ ਇੱਕ ਰਤਨ ਨਾਮ ਦਾ ਆਦਮੀ ਦਾ ਸੀ, ਇਹ ਵੀ ਸਾਰੇ ਜ਼ਿਲ੍ਹਾ ਕਰਨਾਲ ਦੇ ਰਹਿਣ ਵਾਲੇ ਸਨ। ਲੰਮਾ ਰਤਨ? ਹਾਂਜੀ। ਉਹਨਾਂ ਨੇ ਜਿਹੜੇ ਵੇਖਿਆ ਨਾ ਵੀ ਸਾਡਾ ਸਹੀ ਨੰਬਰਦਾਰ ਮਾਰਤਾ, ਉਹਨੇ ਖੂਨ ਦੀ ਬੋਤਲਾਂ ਭਰ ਕੇ ਨਾ ਕਿਸੇ ਪਾਸੋਂ ਤੇ ਜਾ ਕੇ ਉੱਥੇ ਫੌਜ ਵਾਲਿਆਂ ਨੂੰ ਆਖਿਆ ਵੀ ਉੱਥੇ ਫੈਸੁੱਲਾ ਨਾਮ ਦਾ ਇੱਕ ਆਦਮੀ ਹੈ, ਉਹਨੇ ਬੜਾ ਨੁਕਸਾਨ ਦਿੱਤਾ ਜੀ ਤੇ ਬੜੇ ਬੰਦੇ ਮਾਰੇ ਨੇ ਸਾਡੇ। ਜਾ ਵੇਖੋ ਖੂਨ ਦੀਆਂ ਬੋਤਲਾਂ ਮੈਂ ਲੈ ਕੇ ਆਇਆ। ਮੈਂ ਉਦੋਂ ਛੋਟਾ ਹੀ 7 ਸਾਲ ਮੇਰੀ ਉਮਰ ਸੀ। ਫੌਜ ਆ ਗਈ ਸਾਡੇ ਪਿੰਡ ਹਿੰਦੂਆਂ ਦੀ, ਉਹਨਾਂ ਨੇ ਸਾਡੇ ਪਿੰਡ ਘੇਰਾ ਪਾ ਲਿਆ। ਉਹ ਜਿਹੜਾ ਉਹਨਾਂ ਕਮਾਂਡਰ ਸੀ, ਉਹ ਵਾਲੇ ਸਾਹਿਬ ਤੋਂ ਕੁਦਰਤੀ ਵਾਕਫ ਨਿਕਲਿਆ। ਉਹਨਾਂ ਪੁੱਛਿਆ ਵੀ ਕਿਵੇਂ ਆਏ, ਉਹਨਾਂ ਆਖਿਆ ਵੀ ਆਹ ਮਾਮਲਾ। ਉਹਨਾਂ ਆਖਿਆ ਵੀ ਇੱਥੇ ਉਹ ਰਤਨ ਨੇ ਜਾਣ ਲੱਗਿਆ ਨਾ ਇੱਥੋਂ ਖਤ ਲਿਖਿਆ ਮੇਰੇ ਵਾਲਦ ਸਾਹਿਬ ਦੇ ਨਾਂ 'ਤੇ, ਰੁੱਕਾ ਭੇਜਿਆ ਵਗਾਲੀ ਜਾਤੀ, ਚੌਕੀਦਾਰ ਜਾਤੀ, ਬਈ ਤੁਹਾਡੀ ਬੜੀ ਮਿਹਰਬਾਨੀ ਹੈ, ਤੁਸੀਂ ਸਾਡਾ ਅੱਛਾ ਸਲੂਕ ਕੀਤਾ ਹੈ, ਆਪਾਂ ਇੱਥੇ ਬੜੇ ਅੱਛੇ ਤਰੀਕੇ ਨਾਲ ਰਹੇ ਹਾਂ, ਹੁਣ ਅਸੀਂ ਇੱਥੋਂ ਜਾ ਰਹੇ ਹਾਂ ਤੇ ਉਮੀਦ ਹੈ ਵੀ ਤੁਸੀਂ ਸਾਡੇ ਨਾਲ ਮਿਹਰਬਾਨੀ ਕਰੋਗੇ ਤੇ ਸਾਨੂੰ ਸਾਡੇ ਤੋਂ ਕੋਈ ਤੰਗੀ ਤਕਲੀਫ ਨਹੀਂ ਕਰੋਗੇ। ਤੇ ਉਹ ਸ਼ੁਕਰੀਆ ਵੀ ਅਦਾ ਕੀਤਾ। ਤੇ ਉਹ ਵਾਲਦ ਸਾਹਿਬ ਨੇ ਰੁੱਕਾ ਕੱਢ ਕੇ ਵਿਖਾਇਆ ਕਮਾਂਡਰ ਨੂੰ ਵੀ ਆਹ ਰੁੱਕਾ ਤਾਂ ਰਤਨ ਦਾ ਸਾਡੇ ਕੋਲ, ਮਿਹਰਬਾਨੀ ਦਾ ਆਇਆ ਕਰ। ਉਹ ਫਿਰ ਉਹ ਵਾਪਸ ਚਲੇ ਗਿਆ। ਫਿਰ ਉਦੋਂ ਫਿਰ ਇੱਥੇ ਬਾਰਿਸ਼ਾਂ ਵੀ ਬੜੀਆਂ ਸੀ ਉਸ ਜ਼ਮਾਨੇ ਦੀ, ਤੇ ਸਾਡੇ ਫਿਰ ਰਿਸ਼ਤੇਦਾਰ ਇੱਥੇ ਬਹੁਤ ਸਾਰੇ ਆ ਗਏ ਇੱਥੇ ਸਾਡੇ ਕੋਲ। ਤੇ ਮੈਨੂੰ
ਚੰਗੀ ਤਰ੍ਹਾਂ ਯਾਦ ਹੈ ਵੀ 20-25 ਦੇਗਾਂ ਰੋਜ਼ ਪੱਕਦੀਆਂ ਸਨ ਇੱਥੇ ਤੇ 3 ਸਾਲ ਮੁਸਲਸਲ ਪੱਕਦੀਆਂ ਰਹੀਆਂ। ਉਹ ਫਿਰ ਜਿਹੜੇ ਵੱਡੇ ਕੁਣਬੇ ਸਨ ਨਾ ਸਾਡੇ ਕਬੀਲੇ ਦੇ, ਉਹ ਸਰਗੋਧੇ ਚਲੇ ਗਏ ਤੇ ਉਹ ਉੱਥੇ ਜਾ ਕੇ ਸੈਟਲ ਹੋ ਗਏ। ਕੁਛ ਇੱਥੇ ਇੱਕ ਚੱਕ ਦੇ ਵਿੱਚ ਬਹਿ ਗਏ, ਕੋਈ 13 ਚੱਕ ਚਲੇ ਗਿਆ, 13 ਵਾਨੀ ਹੈ ਤੇ ਨਾਲੇ ਸ਼ਹਿਰ ਦੇ ਵਿੱਚ। ਅੱਛਾ, ਤੇ ਨਾਲੇ ਸ਼ਹਿਰ ਦੀਆਂ ਜਿਹੜਾ ਹੈ ਨਾ ਜੀ ਦੁਕਾਨਾਂ ਤੇ ਮਕਾਨ, ਇਹ 2 ਬੰਦਿਆਂ ਦੀ ਡਿਊਟੀ ਲੱਗੀ ਸੀ ਗੌਰਮੈਂਟ ਵੱਲੋਂ ਵੀ ਇਹ ਅਲਾਟ ਕਰਨਗੇ। ਇੱਕ ਮੇਰੇ ਵਾਲੇ ਸਾਹਿਬ ਦੀ ਡਿਊਟੀ ਸੀ ਤੇ ਇੱਕ ਕਪਤਾਨ ਅਲਾਦਾਸ ਸੀ ਇੱਥੋਂ 19 ਐਲ ਦਾ ਜਿਹੜਾ ਰਾਜਾ, ਉਹ ਸੀਨੀਅਰ ਸੀ, ਮੇਰੇ ਵਾਲੇ ਸਾਹਿਬ ਉਹਦੇ ਜੂਨੀਅਰ ਸੀ। ਇਹਨਾਂ ਨੇ ਅਲਾਟ ਕੀਤੀਆਂ ਸਾਰੀਆਂ ਦੁਕਾਨਾਂ ਤੇ ਕੋਈ ਜ਼ਿਮੀਂਦਾਰ ਜਿਹੜਾ ਨਾ ਉਹ ਦੁਕਾਨਾਂ ਕਰਨ ਦੇ ਤਿਆਰ ਨਹੀਂ, ਕਿਉਂਕਿ ਉਹ ਕਹਿੰਦੇ ਸੀ ਦੁਕਾਨਦਾਰੀ, ਕੱਪੜਾ ਵੇਚਣਾ, ਗੱਦ ਫੜਨਾ, ਤਕੜੀ ਫੜਨੀ, ਇਹ ਬੜੀ ਧੂਈਨ ਹੈ ਇਹ ਬੰਦਿਆਂ ਦੀ। ਉਹ ਫਿਰ ਜਿਹੜੇ ਸਨ ਨਾ ਐਰਾ ਵਗੈਰਾ ਬੰਦੇ, ਉਹ ਬਹਿ ਗਏ ਇੱਥੇ ਆਣ ਕੇ। ਉਹ ਹੁਣ ਅੱਜ ਕੋਈ ਪੱਟੀ ਬਣ ਗਿਆ, ਕੋਈ ਵੱਟ ਬਣ ਗਿਆ, ਕੋਈ ਕੁਛ ਬਣ ਗਿਆ, ਕੋਈ ਕੁਛ ਬਣ ਗਿਆ, ਲੇਕਿਨ ਹੈ ਨਾ ਉਹ ਸਾਰੇ ਬਾਕੀ ਜਿਹੜਾ ਇੱਥੇ ਬਹੁਤ ਕੁਛ ਜਿਹੜਾ ਹੈ ਨਾ ਜੀ। ਫਿਰ ਬਈ ਕਾਕਾ ਚਾਹ ਲਿਆ ਬਣਵਾ ਕੇ ਘਰੋਂ ਫਸਟ ਕਲਾਸ ਦੀ ਛੇਤੀ ਲੈ ਆ, ਇੱਥੋਂ ਅੰਦਰੋਂ ਬਰਫੀ ਵੀ ਲਿਆਵੀਂ। ਹੋਰ ਜਿਹੜਾ ਹੈ ਨਾ ਜੀ ਫਿਰ ਪਾਕਿਸਤਾਨ ਬਣ ਗਿਆ। ਫਿਰ ਉਹ ਬੰਦੇ ਇੱਥੇ ਉਹ ਫਿਰ ਸਾਡੇ ਜਿਹੜੇ ਰਿਸ਼ਤੇਦਾਰ ਇੱਥੇ ਆਏ ਸਨ, ਉਹ ਫਿਰ ਆਪਾਂ ਨੂੰ ਆਪ ਸੈੱਟ ਹੋ ਗਏ ਪਾਕਿਸਤਾਨ। ਸਾਡੇ ਜਿਹੜੇ ਅਸੀਂ ਜਿਹੜਾ ਪਿੱਛੇ ਹਿੰਦੁਸਤਾਨ ਸੀ ਨਾ ਜੀ, ਅਸੀਂ ਉੱਥੇ ਕੋਈ ਤਕਰੀਬਨ 300-350 ਪਿੰਡਾਂ ਦੇ ਵਿੱਚ ਸੀ ਸਾਡੀ ਬਰਾਦਰੀ। ਕਿਸੇ ਪਿੰਡ ਵਿੱਚ ਅੱਧੇ ਸਨ, ਕਿਸੇ ਸਾਰੇ ਸਨ, ਕਿਸੇ ਚੌਥੇ ਸੇ ਸਨ, ਕਿਤੇ ਪੰਜਵੇਂ ਸੇ ਸਨ। ਲੇਕਿਨ ਇਹ ਜ਼ਿਲ੍ਹਾ ਅੰਬਾਲਾ, ਜ਼ਿਲ੍ਹਾ ਕਰਨਾਲ ਤੇ ਇੱਕ ਆਪਣਾ ਰਿਆਸਤ ਕਲਸੀਆ ਤੇ ਰਿਆਸਤ ਨਾਹਨ, ਇਹਨਾਂ ਦੇ ਵਿੱਚ ਸੀ ਸਾਡੀ ਬਰਾਦਰੀ ਹੈ। ਇਹ ਮੁਲਤਾਨ ਤੋਂ ਅਸੀਂ ਆਏ ਹਾਂ ਸ਼ਾਹਬੁਦੀਨ ਗੌਰੀ ਦੇ ਨਾਲ ਤੇ ਸਾਡਾ ਕਬੀਲਾ ਸਾਰਾ ਉੱਥੇ। ਇਹ ਫਿਰ ਉਹਨੇ ਸ਼ਹਿਰ ਵਸਾਇਆ ਇੱਥੇ ਸ਼ਹਾਬਾਦ। ਉਹ ਵਿਗੜ ਕੇ ਫਿਰ ਸ਼ਾਹਬਾਦ ਬਣ ਗਿਆ। ਉਹ ਸ਼ਾਹਬਾਦ ਦੇ ਵਿੱਚ 3 ਹੀ ਕੌਮਾਂ ਸਨ, ਪਠਾਨ, ਸੈਯਦ ਤੇ ਆਰਾਈ। ਬਾਕੀ ਗਰੀਬ ਗੁਰਬਾ ਆਦਮੀ ਸੀ ਉੱਥੇ ਸਾਰਾ। ਅੱਜ ਕੱਲ੍ਹ ਮਲਕ ਬਣ ਗਏ ਨੇ ਜਿਹੜੇ ਆਪਣਾ ਤੇਲੀ ਸਨ। ਉਹ ਤੇਲੀ ਸਾਡੇ ਉਸ ਸ਼ਹਿਰ 'ਚ ਬਹੁਤ ਸਨ, ਮੁਸਲਮਾਨ ਸਨ ਸਾਰੇ, ਲੇਕਿਨ ਬੜੇ ਦੀਨਦਾਰ ਲੋਕ ਸਨ। ਬਾਕੀ ਇਸ ਤਰ੍ਹਾਂ ਫਿਰ ਟਾਈਮ ਹੋਇਆ, ਇਸ ਤਰ੍ਹਾਂ ਪਾਕਿਸਤਾਨ ਬਣਿਆ ਜੀ। ਇਸ ਤਰ੍ਹਾਂ ਬਾਬਾ ਜੀ ਤੁਸੀਂ ਮਾਸ਼ਾਅੱਲਾ ਇੰਨਾ ਵਕਤ ਗੁਜ਼ਾਰਿਆ, ਤੁਹਾਨੂੰ ਪਾਕਿਸਤਾਨ ਤੋਂ ਪਹਿਲੇ ਦੇ ਹਾਲਾਤ ਦਾ ਵੀ ਪਤਾ ਹੈ ਤੇ ਪਾਕਿਸਤਾਨ ਤੋਂ ਬਾਅਦ ਦੇ ਹਾਲਾਤ ਦਾ ਵੀ, ਹੁਣ ਤੱਕ ਦੇ ਹਾਲਾਤ ਦਾ ਪਤਾ ਹੈ, ਤੇ ਤੁਸੀਂ ਇਸ ਕੌਮ ਨੂੰ ਕੀ ਆਪਣੀ ਤਰਫੋਂ ਪੈਗਾਮ ਦੇਣਾ ਚਾਹੁੰਦੇ ਜੇ? ਮੈਂ ਤੁਹਾਨੂੰ ਗੱਲ ਦੱਸਾਂ, ਯਾਨੀ ਇਹ ਭੁੱਟੋ ਦੀ ਹਕੂਮਤ ਆਉਣ ਤੋਂ ਪਹਿਲੇ ਤੱਕ ਮੈਂ ਆਪਣੇ ਪਿੰਡ ਦੀ ਮਿਸਾਲ ਤੁਹਾਨੂੰ ਦਿੰਦਾ। ਅਸੀਂ ਇੱਥੇ 9-10 ਮਾਲਕ ਹਾਂ, 2 ਮਰਬੇ ਤੋਂ ਘੱਟ ਦਾ ਕੋਈ ਬੰਦਾ ਮਾਲਕ ਨਹੀਂ ਗਾ। ਲੇਕਿਨ ਹਾਂਡੀ ਜਿਹੜੀ ਹੈ ਨਾ 2-3 ਘਰਾਂ ਹੀ ਪੱਕਦੀ ਸੀ। ਜਿਹੜੇ ਸਾਡੇ ਇੱਥੇ ਮੁਜ਼ਾਰੀਨ ਸਨ ਉਹ ਤਾਂ ਕਦੇ ਸੋਚ ਹੀ ਨਹੀਂ ਸਕਦੇ ਸਨ ਵੀ ਸਬਜ਼ੀ ਨਾਲ ਜਾਂ ਗੋਸ਼ਤ ਨਾਲ ਰੋਟੀ ਖਾਣੀ। ਸਭ ਚਟਨੀ ਨਾਲ ਰੋਟੀ ਖਾ ਲਈ, ਮਿਰਚਾਂ ਨਾਲ ਰੋਟੀ ਖਾ ਲਈ, ਗੁੜ ਨਾਲ ਰੋਟੀ ਖਾ ਲਈ, ਕਿਸੇ ਨੇ ਦਹੀਂ ਨਾਲ ਰੋਟੀ ਖਾ ਲਈ, ਕਿਸੇ ਨੇ ਥੋੜ੍ਹਾ ਜਿਹਾ ਪੁੱਜਦਾ ਹੈਗਾ ਉਹਨੇ ਦੁੱਧ ਨਾਲ ਸਰੋ ਕੇ ਰੋਟੀ ਖਾ ਲਈ। ਤੇ ਹਾਂਡੀ ਨਹੀਂ ਸੀ ਪੱਕਦੀ ਇੱਥੇ, ਕਿਸੇ ਕੋਲ ਪੈਸੇ ਹੀ ਕੋਈ ਨਹੀਂ ਸੀ। ਤੇ ਜਿਹੜੇ ਆ ਸਾਡੇ ਮੁਜ਼ਾਰੀਨ ਸਨ ਉਹ ਗਰੀਬ ਆਦਮੀ ਸਨ ਸਾਰੇ, ਤੇ ਉਹਨਾਂ ਕੋਲ ਕੱਪੜੇ ਕੋਈ ਨਹੀਂ, ਖੱਦਰ ਦੀ ਕਮੀਜ਼ ਹੋਣੀ, ਖੱਦਰ ਦਾ ਚਾਦਰ ਹੋਣੀ, ਇੱਕ ਜੋੜੇ ਦੇ ਵਿੱਚ ਸਾਲ ਕੱਢ ਲੈਣਾ ਉਹਨਾਂ ਨੇ। ਤੇ ਉਹੀ ਕੋਈ ਤੈਮਨ ਤੁਮ ਬੰਨ ਕੇ ਧੋ ਲੈਣਾ, ਧਵਾ ਲੈਣਾ, ਫਿਰ ਉਹ ਉਹੀ ਪਾ ਲੈਣਾ। ਯਾਨੀ ਇੰਨੀ ਗੁਰਬਤ ਸੀ। ਫਿਰ ਹੌਲੀ ਹੌਲੀ ਹੁਣ ਅੱਜ ਇਹ ਹਾਲਤ ਹੋ ਗਈ ਹੈ ਬਈ ਮਹਿੰਗਾਈ ਦੇ ਹੋਣ ਦੇ ਬਾਵਜੂਦ ਕੋਈ ਘਰ ਐਸਾ ਗਰੀਬ ਤੋਂ ਗਰੀਬ ਨਹੀਂ ਆਇਆ ਜਿਹਦੇ ਘਰ ਹਾਂਡੀ ਨਾ ਪੱਕਦੀ ਹੋ। ਹਾਂਡੀ ਵੀ ਪੱਕਦੀ ਹੈ, ਕੱਪੜੇ ਵੀ ਉਹਨਾਂ ਦੇ ਅੱਛੇ ਨੇ, ਉਹਨਾਂ ਦਾ ਅੱਗੇ ਦਾ ਰਹਿਣ ਬਹਿਣ ਵੀ ਸਹੀ ਹੋ ਗਿਆ ਹੈ। ਹੁਣ ਗਰੀਬ ਤੋਂ ਗਰੀਬ ਘਰ ਨੇ ਵੀ ਸਾਡੇ ਇੱਥੇ ਰਸੋਈ ਗੈਸ ਲਵਾਈ ਆਪਣੇ ਘਰ, ਮਿਲ ਜਾਂਦੇ ਨੇ ਉਹ, ਭਾਵੇਂ ਕਿੰਨੀ ਵੀ ਮਹਿੰਗਾਈ ਹੋ ਜਾਏ। ਤੇ ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਪਹਿਲੇ ਲੋਕ ਜਿਹੜੇ ਸੀ ਉਹ ਬੜੇ ਸ਼ੁਕਰਗੁਜ਼ਾਰ ਸੀ, ਅੱਲਾਹ ਪਾਕ ਦਾ ਸ਼ੁਕਰ ਕਰਦੇ ਸੀ? ਹੁਣ ਦੇ ਲੋਕ ਜਿਹੜੇ ਨੇ ਉਹ ਬੜੇ ਮੁਖਲਸ ਆਦਮੀ ਸਨ ਜੀ।
ਉਦੋਂ ਖਾਨਦਾਨੀ ਜਿਹੜਾ ਨਿਜ਼ਾਮ ਹੈ ਨਾ ਜੀ ਉਹ ਬੜਾ ਮਜ਼ਬੂਤ ਹੈਗਾ ਸੀ ਤੇ ਹੁਣ ਖਾਨਦਾਨੀ ਨਿਜ਼ਾਮ ਜਿਹੜਾ ਨਾ ਜ਼ਵਾਲ ਪਜ਼ੀਰ ਹੈ ਜੀ। ਹੁਣ ਤਾਂ ਪੁੱਤਰ ਪਿਓ ਦੇ ਨਾਲ ਨਹੀਂਗਾ, ਭਰਾ ਭਰਾ ਦੇ ਨਾਲ ਨਹੀਂਗਾ। ਸਾਡੇ ਕੋਲ ਬਹੁਤ ਸਾਰੇ ਕੇਸ ਜਿਹੜੇ ਨਾ ਹੁਣ ਭਰਾਵਾਂ ਦੇ ਨੇ। ਕੋਈ ਹਾਤੇ ਤੋਂ ਲੜੀ ਜਾਂਦਾ, ਕੋਈ ਮਰਲੇ ਥਾਂ ਤੋਂ ਲੜੀ ਜਾਂਦਾ, ਕੋਈ 2 ਮਰਲੇ ਥਾਂ ਤੋਂ ਲੜੀ ਜਾਂਦਾ, ਕੋਈ ਜ਼ਮੀਨ ਤੋਂ ਵੰਡੇ ਤੋਂ ਲੜੀ ਜਾਂਦਾ ਵੀ ਮੈਂ ਫਰੰਟ 'ਤੇ ਲੈਣਾ ਹੈ, ਉਹਨੂੰ ਫਰੰਟ 'ਤੇ, ਦੂਸਰਾ ਕਹਿੰਦਾ ਮੈਂ ਫਰੰਟ 'ਤੇ ਜਾਣਾ ਹੈ। ਅਤੇ ਹੁਣ ਸ਼ਰਮ ਹਜਾ ਕੋਈ ਨਹੀਂ ਰਹਿ ਗਈ। ਸਾਡੇ ਪਿੰਡ ਦੀ ਕੋਈ ਔਰਤ ਨਾਲੇ ਸ਼ਹਿਰ ਨਹੀਂ ਸੀ ਜਾਂਦੀ। ਇੱਥੇ ਬਕਾਇਦਾ ਪਾਬੰਦੀ ਸੀ ਬਈ ਕੋਈ ਔਰਤ ਆਪਣੇ ਵਾਲਦ ਤੋਂ ਜਾਂ ਭਾਈ ਤੋਂ ਜਾਂ ਖਾਮਦ ਤੋਂ ਜਾਂ ਬੇਟੇ ਤੋਂ ਬਗੈਰ ਸ਼ਹਿਰ ਨਹੀਂ ਜਾਏਗੀ। ਅਤੇ ਹੁਣ ਤਾਂ ਸਵੇਰੇ ਵਾੜਾ ਖੁੱਲ੍ਹ ਜਾਂਦਾ, ਜਨਾਨੀਆਂ ਦਾ ਸਵੇਰ ਨੂੰ ਸ਼ਹਿਰ ਚਲੀਆਂ ਜਾਂਦੀਆਂ ਸਾਰੀਆਂ। ਜਿਵੇਂ ਬੰਦੇ ਉੱਥੇ ਗੱਪਸ਼ਪ ਮਾਰ ਜਾਂਦੇ ਨੇ, ਜਨਾਨੀਆਂ ਵੀ ਗੱਪਸ਼ਪ ਮਾਰ ਜਾਂਦੀਆਂ ਨੇ। ਬਾਕੀ ਜਿਹੜਾ ਹੈ ਇੱਥੇ ਬੰਦੇ ਮੁਖਲਸ ਹਨ ਬੜੇ ਜੀ, ਉਹ ਬਿਲਕੁਲ ਮੁਖਲਸ ਹਨ। ਤੁਹਾਡੇ ਨਾਲ ਜਿਹੜੀ ਗੱਲ ਕਰ ਲਈ ਨਾ, ਮਰ ਜਾਣਗੇ ਥਾਂ ਦੇ ਉੱਤੋਂ, ਆਪਣੀ ਗੱਲ ਤੋਂ ਨਹੀਂ ਹਟਦੇ। ਅਤੇ ਜਿਹੜਾ ਪੈਸੇ ਦਾ ਲਾਲਚ ਨਹੀਂ ਸੀ ਉਹਨਾਂ ਨੂੰ ਬਿਲਕੁਲ ਕਿਸੇ ਕੀਮਤ 'ਤੇ। ਹੁਣ ਤਾਂ ਜੀ ਪੈਸੇ ਦੀ ਦੌੜ ਹੈ ਸਾਰੀ, ਪੈਸੇ ਦੀ ਦੌੜ ਲੱਗ ਗਈ ਬੜੇ। ਉਸ ਪੈਸੇ ਦੀ ਦੌੜ ਨੇ ਬੰਦਿਆਂ ਨੂੰ ਬੇਹਯਾ ਬਣਾ ਦਿੱਤਾ ਜੀ। ਨਾ ਪਿਓ ਦੀ ਕਦਰ ਰਹਿ ਗਈ ਹੈ, ਨਾ ਪੁੱਤਰ ਦੀ ਕਦਰ ਰਹਿ ਗਈ ਹੈ, ਨਾ ਭਾਈ। ਜੀ ਨਾਜ਼ਰੀਨ, ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਬਾਬਾ ਜੀ ਨੇ ਬਹੁਤ ਹੀ ਇਨਫੋਰਮੇਟਿਵ ਗੱਲਾਂ ਦੱਸੀਆਂ ਨੇ ਤੇ ਅਗਲਾ ਪਾਰਟ ਜਿਹੜਾ ਪ੍ਰੋਗਰਾਮ ਦਾ ਤੀਸਰਾ ਹਿੱਸਾ ਇਨਸ਼ਾ ਅੱਲਾਹ ਤਾਲਾ ਉਹ ਵੀ ਅਸੀਂ ਜਲਦੀ ਜਾਰੀ ਕਰਾਂਗੇ। ਤੁਹਾਡਾ ਬਹੁਤ ਸ਼ੁਕਰੀਆ।